प्यारे बच्चों, अज ਦੀ ਇਸ ਵੀਡੀਓ ਵਿੱਚ ਅਸੀਂ ਨੈਸ਼ਨਲ ਅਚੀਵਮੈਂਟ ਸਰਵੇ ਤੇ ਆਧਾਰਿਤ ਪੰਜਾਬ ਸਕੂਲ ਸਿੱਖਿਆ ਬੋਰਡ ਦੀ 8ਵੀਂ ਜਮਾਤ ਦਾ ਪੰਜਾਬੀ ਵਿਸ਼ੇ ਦਾ ਸਤੰਬਰ 2021 ਦਾ ਪੇਪਰ ਹੱਲ ਕਰਾਂਗੇ। प्यारे बच्चों, इस पेपर ਵਿੱਚ कुल 30 प्रश्न ਹਨ ਅਤੇ ਹਰੇਕ प्रश्न ਦਾ 1-1 अंक है। इस तरह ਇਹ पेपर कुल 30 अंकों ਦਾ है। ਇਹ ਸਾਰੇ प्रश्न बहुविकल्पी उत्तरों वाले प्रश्न ਹਨ। प्रश्न 1 ਤੋਂ 5 ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ। 1925 ਵਿੱਚ ਭਾਰਤੀ ਹਾਕੀ ਫੈਡਰੇਸ਼ਨ ਹੋਂਦ ਵਿੱਚ ਆਈ ਅਤੇ ਉਧਰ ਓਲੰਪਿਕ ਖੇਡਾਂ ਦੇ ਚਰਚੇ ਵੀ ਹੋਣ ਲੱਗੇ। 1928 ਐਮਸਟਰਡਮ ਓਲੰਪਿਕ ਵਿੱਚ ਆਪਣੇ ਸਾਰੇ ਮੈਚ ਆਸਾਨੀ ਨਾਲ ਜਿੱਤ ਕੇ ਫਾਈਨਲ ਵਿੱਚ ਹਾਲੈਂਡ ਦੀ ਟੀਮ ਨੂੰ 3 ਗੋਲਾਂ ਨਾਲ ਹਰਾ ਕੇ, ਜਿਨ੍ਹਾਂ ਵਿੱਚੋਂ 2 ਇਕੱਲੇ ਧਿਆਨ ਚੰਦ ਨੇ ਕੀਤੇ ਤੇ ਸੋਨ ਤਗਮਾ ਜਿੱਤਿਆ। 1932 ਲਾਸ ਐਂਜਲਸ ਓਲੰਪਿਕ ਵਿੱਚ ਭਾਰਤੀ ਟੀਮ ਨੇ ਫਾਈਨਲ ਵਿੱਚ USA ਨੂੰ 24-1 ਦੇ ਵੱਡੇ ਫਰਕ ਨਾਲ ਹਰਾਇਆ, ਜਿਸ ਵਿੱਚ 8 ਗੋਲਾਂ ਦਾ ਯੋਗਦਾਨ ਧਿਆਨ ਚੰਦ ਨੇ ਪਾਇਆ। ਬਰਲਿਨ ਵਿਖੇ ਹੋਈਆਂ 1936 ਦੀਆਂ ਓਲੰਪਿਕ ਖੇਡਾਂ ਵਿੱਚ ਭਾਰਤ ਦਾ ਮੁਕਾਬਲਾ ਹੋਮ ਟੀਮ ਜਰਮਨੀ ਨਾਲ ਹੋਇਆ। ਹਿਟਲਰ ਉਚੇਚੇ ਤੌਰ ਤੇ ਇਸ ਮੈਚ ਨੂੰ ਵੇਖਣ ਆਇਆ ਸੀ। ਸਾਰਾ ਮੈਚ ਤਣਾਅਪੂਰਵਕ ਵਾਤਾਵਰਣ ਵਿੱਚ ਖੇਡਿਆ ਗਿਆ, ਪਰ ਇਹ ਸਾਰਾ ਤਣਾਅ ਧਿਆਨ ਚੰਦ ਦੀ ਜਾਦੂਗਰੀ ਨੁਮਾ ਖੇਡ ਵਿੱਚ ਸਭ ਭੁੱਲ ਭੁਲਾ ਗਿਆ। ਹਿਟਲਰ ਬਾਹਰ ਬੈਠਾ ਦੰਦ ਕਰੀਚ ਰਿਹਾ ਸੀ ਅਤੇ ਅੰਦਰ ਉਸ ਦੀ ਟੀਮ ਦੇ ਖਿਡਾਰੀ ਪੂਰੀ ਤਰ੍ਹਾਂ ਬੇਵੱਸ ਸਨ, ਕਿਉਂਕਿ ਮੈਚ ਦੇ ਪਹਿਲੇ ਅੱਧ ਵਿੱਚ ਹੀ ਉਹਨਾਂ ਵਿਰੁੱਧ 8 ਗੋਲ ਹੋ ਚੁੱਕੇ ਸਨ। ਉਹ ਹਾਰ ਕੇ ਮਾਰ ਕੁਟਾਈ ਤੇ ਉਤਰ ਆਈ, ਜਿਸ ਵਿੱਚ ਧਿਆਨ ਚੰਦ ਦਾ ਇੱਕ ਦੰਦ ਟੁੱਟ ਗਿਆ। ਫਿਰ ਵੀ ਉਹ ਚੁੱਪਚਾਪ ਖੇਡਦਾ ਰਿਹਾ ਅਤੇ ਦੂਜੇ ਅੱਧ ਵਿੱਚ 6 ਗੋਲ ਹੋਰ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ। ਕੁੱਲ 14 ਵਿੱਚੋਂ 6 ਗੋਲ ਉਸ ਦੇ ਹਿੱਸੇ ਆਏ। ਪਹਿਲਾ ਪ੍ਰਸ਼ਨ ਹੈ, ਭਾਰਤੀ ਹਾਕੀ ਫੈਡਰੇਸ਼ਨ ਕਦੋਂ ਹੋਂਦ ਵਿੱਚ ਆਈ? ਇਸ ਦੇ ਆਪਸ਼ਨ ਦਿੱਤੇ ਨੇ। ਆਪਸ਼ਨ ਊੜਾ 1932, ਆਪਸ਼ਨ ਆੜਾ 1928, ਆਪਸ਼ਨ ਈਡੀ 1925, ਆਪਸ਼ਨ ਸੱਸਾ 1936। ਪਿਆਰੇ ਬੱਚੋ, ਭਾਰਤੀ ਹਾਕੀ ਫੈਡਰੇਸ਼ਨ ਕਦੋਂ ਹੋਂਦ ਵਿੱਚ ਆਈ ਸੀ? 1925 ਦੇ ਵਿੱਚ। ਪਹਿਲੇ ਪ੍ਰਸ਼ਨ ਦਾ ਸਹੀ ਉੱਤਰ ਹੈ ਆਪਸ਼ਨ ਈਡੀ 1925। ਦੂਸਰਾ ਪ੍ਰਸ਼ਨ ਹੈ, ਲਾਸ ਐਂਜਲਸ ਓਲੰਪਿਕ ਵਿੱਚ ਧਿਆਨ ਚੰਦ ਨੇ ਕਿੰਨੇ ਗੋਲ ਕੀਤੇ? ਇਸ ਦੇ ਆਪਸ਼ਨ ਦਿੱਤੇ ਨੇ। ਆਪਸ਼ਨ ਊੜਾ 2, ਆਪਸ਼ਨ ਆੜਾ 8, ਆਪਸ਼ਨ ਈਡੀ 14, ਆਪਸ਼ਨ ਸੱਸਾ 6। ਲਾਸ ਐਂਜਲਸ ਓਲੰਪਿਕ ਵਿੱਚ ਧਿਆਨ ਚੰਦ ਨੇ ਪਿਆਰੇ ਬੱਚੋ ਕਿੰਨੇ ਗੋਲ ਕੀਤੇ ਸਨ? ਧਿਆਨ ਚੰਦ ਨੇ ਕੀਤੇ ਸਨ 8 ਗੋਲ। ਦੂਸਰੇ ਪ੍ਰਸ਼ਨ ਦਾ ਸਹੀ ਉੱਤਰ ਹੈ ਆਪਸ਼ਨ ਆੜਾ 8। ਤੀਸਰਾ ਪ੍ਰਸ਼ਨ ਹੈ, 1936 ਦੀਆਂ ਓਲੰਪਿਕ ਖੇਡਾਂ ਕਿੱਥੇ ਹੋਈਆਂ ਸਨ? ਇਸ ਦੇ ਆਪਸ਼ਨ ਦਿੱਤੇ ਨੇ। ਆਪਸ਼ਨ ਊੜਾ ਐਮਸਟਰਡਮ ਵਿੱਚ, ਆਪਸ਼ਨ ਆੜਾ ਲਾਸ ਐਂਜਲਸ ਵਿੱਚ, ਆਪਸ਼ਨ ਈਡੀ ਬਰਲਿਨ ਵਿੱਚ, ਆਪਸ਼ਨ ਸੱਸਾ ਉਪਰੋਕਤ ਵਿੱਚੋਂ ਕੋਈ ਨਹੀਂ। ਪਿਆਰੇ ਬੱਚੋ, 1936 ਦੀਆਂ ਓਲੰਪਿਕ ਖੇਡਾਂ ਕਿੱਥੇ ਹੋਈਆਂ ਸਨ? 1936 ਦੀਆਂ ਓਲੰਪਿਕ ਖੇਡਾਂ ਹੋਈਆਂ ਸਨ ਬਰਲਿਨ ਦੇ ਵਿੱਚ। ਤੀਸਰੇ ਪ੍ਰਸ਼ਨ ਦਾ ਸਹੀ ਉੱਤਰ ਹੈ ਆਪਸ਼ਨ ਈਡੀ ਬਰਲਿਨ ਵਿੱਚ। ਬਰਲਿਨ ਪਿਆਰੇ ਬੱਚੋ ਜਰਮਨੀ ਦੀ ਰਾਜਧਾਨੀ ਹੈ। ਚੌਥਾ ਪ੍ਰਸ਼ਨ ਹੈ, ਬਰਲਿਨ ਓਲੰਪਿਕ ਵਿੱਚ ਮੈਚ ਦੇ ਪਹਿਲੇ ਅੱਧ ਵਿੱਚ ਹੀ ਕਿਸ ਟੀਮ ਦੇ ਵਿਰੁੱਧ 8 ਗੋਲ ਹੋ ਚੁੱਕੇ ਸਨ? ਇਸ ਦੇ ਆਪਸ਼ਨ ਦਿੱਤੇ ਨੇ। ਆਪਸ਼ਨ ਊੜਾ ਹਾਲੈਂਡ ਟੀਮ ਵਿਰੁੱਧ, ਆਪਸ਼ਨ ਆੜਾ ਭਾਰਤੀ ਟੀਮ ਵਿਰੁੱਧ, ਆਪਸ਼ਨ ਈਡੀ ਜਰਮਨੀ ਟੀਮ ਵਿਰੁੱਧ, ਆਪਸ਼ਨ ਸੱਸਾ USA ਟੀਮ ਵਿਰੁੱਧ। ਇਸ ਦਾ ਜਿਹੜਾ ਸਹੀ ਉੱਤਰ ਹੈ ਪਿਆਰੇ ਬੱਚਿਓ ਉਹ ਹੈ ਜਰਮਨੀ ਟੀਮ ਦੇ ਵਿਰੁੱਧ ਪਹਿਲੇ ਅੱਧ ਵਿੱਚ ਹੀ 8 ਗੋਲ ਹੋ ਚੁੱਕੇ ਸਨ। ਪੰਜਵਾਂ ਪ੍ਰਸ਼ਨ ਹੈ, ਮੰਨ ਲਓ ਤੁਸੀਂ ਕਿਸੇ ਟੀਮ ਦੇ ਕਪਤਾਨ ਹੋ। ਤੁਹਾਡੀ ਟੀਮ ਮੈਚ ਹਾਰ ਰਹੀ ਹੋਵੇ ਤਾਂ ਇਸ ਸਥਿਤੀ ਵਿੱਚ ਤੁਸੀਂ ਵਿਰੋਧੀ ਟੀਮ ਨਾਲ ਕਿਹੋ ਜਿਹਾ ਵਿਹਾਰ ਕਰੋਗੇ? ਇਸ ਦੇ ਆਪਸ਼ਨ ਦਿੱਤੇ ਨੇ। ਆਪਸ਼ਨ ਊੜਾ ਤਣਾਅਪੂਰਨ ਮਾਹੌਲ ਪੈਦਾ ਕਰੋਗੇ, ਆਪਸ਼ਨ ਆੜਾ ਮਾਰ ਕੁਟਾਈ ਤੇ ਉੱਤਰ ਆਓਗੇ, ਆਪਸ਼ਨ ਈਡੀ ਬੇਬਸੀ ਦਾ ਪ੍ਰਗਟਾਵਾ ਕਰਾਓਗੇ, ਆਪਸ਼ਨ ਸੱਸਾ ਚੁੱਪਚਾਪ ਖੇਡਦੇ ਰਹੋਗੇ। ਪਿਆਰੇ ਬੱਚਿਓ, ਜੇਕਰ ਤੁਸੀਂ ਕਿਸੇ ਟੀਮ ਦੇ ਕਪਤਾਨ ਹੋ ਤੇ ਤੁਹਾਡੀ ਜਿਹੜੀ ਟੀਮ ਹੈ ਉਹ ਮੈਚ ਹਾਰ ਰਹੀ ਹੋਵੇ ਤਾਂ ਇਸ ਸਥਿਤੀ ਵਿੱਚ ਤੁਸੀਂ ਵਿਰੋਧੀ ਟੀਮ ਨਾਲ ਕਿਹੋ ਜਿਹਾ ਵਿਹਾਰ ਕਰੋਗੇ? ਤੁਸੀਂ ਚੁੱਪਚਾਪ ਖੇਡਦੇ ਰਹੋਗੇ। ਪੰਜਵੇਂ ਪ੍ਰਸ਼ਨ ਦਾ ਸਹੀ ਉੱਤਰ ਹੈ ਆਪਸ਼ਨ ਸੱਸਾ, ਚੁੱਪਚਾਪ ਖੇਡਦੇ ਰਹੋਗੇ। ਪ੍ਰਸ਼ਨ 6 ਤੋਂ 10 ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ। ਭਾਰਤ ਇੱਕ ਲੋਕਤੰਤਰ ਦੇਸ਼ ਹੈ ਜਿਸ ਦਾ ਇੱਕ ਲਿਖਤੀ ਸੰਵਿਧਾਨ ਵੀ ਹੈ। 29 ਅਗਸਤ 1947 ਨੂੰ ਸੰਵਿਧਾਨ ਲਿਖਣ ਲਈ ਕਮੇਟੀ ਬਣਾਈ ਗਈ, ਜਿਸ ਦਾ ਚੇਅਰਮੈਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੂੰ ਬਣਾਇਆ ਗਿਆ, ਜਿਸ ਦੇ ਸ਼ੁਰੂ ਵਿੱਚ ਕੁੱਲ 399 ਮੈਂਬਰ ਸਨ। ਦੇਸ਼ ਦੇ ਸੰਵਿਧਾਨ ਨੂੰ ਤਿਆਰ ਕਰਨ ਵਿੱਚ ਕੁੱਲ 2 ਸਾਲ 11 ਮਹੀਨੇ 18 ਦਿਨ ਦਾ ਸਮਾਂ ਲੱਗਾ। 26 ਨਵੰਬਰ 1949 ਨੂੰ ਸੰਵਿਧਾਨ ਬਣ ਕੇ ਤਿਆਰ ਹੋ ਗਿਆ ਸੀ।
ਇਸ ਲਈ 26 ਨਵੰਬਰ ਨੂੰ ਸੰਵਿਧਾਨ ਦਿਵਸ ਦੇ ਤੌਰ ਤੇ ਹਰ ਸਾਲ ਮਨਾਇਆ ਜਾਂਦਾ ਹੈ, ਪਰ ਇਸ ਨੂੰ ਕਾਨੂੰਨੀ ਰੂਪ 26 ਜਨਵਰੀ 1950 ਨੂੰ ਦਿੱਤਾ ਗਿਆ। ਇਸ ਲਈ ਅਸੀਂ 26 ਜਨਵਰੀ ਗਣਤੰਤਰ ਦਿਵਸ ਦੇ ਰੂਪ ਵਿੱਚ ਮਨਾਉਂਦੇ ਹਾਂ। ਭਾਰਤ ਦਾ ਸੰਵਿਧਾਨ ਦੁਨੀਆ ਦਾ ਸਭ ਤੋਂ ਵੱਡਾ ਲਿਖਤੀ ਸੰਵਿਧਾਨ ਹੈ। ਭਾਰਤੀ ਸੰਵਿਧਾਨ ਦੀ ਸਭ ਤੋਂ ਵੱਡੀ ਖੂਬਸੂਰਤੀ ਇਹ ਹੈ ਕਿ ਇਸ ਨੂੰ ਤਿਆਰ ਕਰਦੇ ਸਮੇਂ ਸੱਭਿਆਚਾਰ, ਧਾਰਮਿਕ ਅਤੇ ਭੂਗੋਲਿਕ ਭਿੰਨਤਾ ਦਾ ਧਿਆਨ ਰੱਖਿਆ ਗਿਆ। ਸੰਵਿਧਾਨ ਨੂੰ ਹੱਥ ਨਾਲ ਪ੍ਰੇਮ ਬਿਹਾਰੀ ਨਾਰਾਇਣ ਰਾਏਜਾਦਾ ਨੇ ਲਿਖਿਆ ਅਤੇ ਚਿੱਤਰਾਂ ਨਾਲ ਸਜਾਉਣ ਦਾ ਕੰਮ ਨੰਦ ਲਾਲ ਬੋਸ ਨੇ ਕੀਤਾ। ਸੰਵਿਧਾਨ ਵਿੱਚ ਸਭ ਤੋਂ ਅਹਿਮ ਪੇਜ ਪ੍ਰਸਤਾਵਨਾ ਹੈ, ਜਿਸ ਨੂੰ ਆਪਣੀ ਕਲਾ ਨਾਲ ਸਜਾਉਣ ਦਾ ਕੰਮ ਰਾਮ ਮਨੋਹਰ ਸਿਨਹਾ ਨੇ ਕੀਤਾ। ਉਹ ਨੰਦ ਲਾਲ ਬੋਸ ਦੇ ਚੇਲੇ ਸਨ। ਸੰਵਿਧਾਨ ਦੀ ਪ੍ਰਸਤਾਵਨਾ ਦੀ ਸ਼ੁਰੂਆਤ ਅਸੀਂ ਭਾਰਤ ਦੇ ਲੋਕ ਨਾਲ ਕੀਤੀ ਗਈ। ਪਹਿਲਾ ਪ੍ਰਸ਼ਨ ਹੈ, ਭਾਰਤ ਇੱਕ ਡੈਸ਼ ਦੇਸ਼ ਹੈ। ਇਸ ਦੇ ਆਪਸ਼ਨ ਦਿੱਤੇ ਨੇ। ਆਪਸ਼ਨ ਊੜਾ ਧਾਰਮਿਕ, ਆਪਸ਼ਨ ਆੜਾ ਲੋਕਤੰਤਰ, ਆਪਸ਼ਨ ਈੜੀ ਸੱਭਿਆਚਾਰ, ਆਪਸ਼ਨ ਸੱਸਾ ਭੂਗੋਲਿਕ। ਪਿਆਰੇ ਬੱਚੋ, ਭਾਰਤ ਇੱਕ ਡੈਸ਼ ਦੇਸ਼ ਹੈ। ਕਿਹੜਾ ਦੇਸ਼ ਹੈ? ਭਾਰਤ ਇੱਕ ਲੋਕਤੰਤਰ ਦੇਸ਼ ਹੈ, ਜੋ ਕਿ ਆਪਾਂ ਨੂੰ ਆਪਸ਼ਨ ਆੜੇ ਦੇ ਵਿੱਚ ਦਿੱਤਾ ਹੈ। ਪਹਿਲੇ ਪ੍ਰਸ਼ਨ ਦਾ ਸਹੀ ਉੱਤਰ ਹੈ ਆਪਸ਼ਨ ਆੜਾ ਲੋਕਤੰਤਰ। ਦੂਸਰਾ ਪ੍ਰਸ਼ਨ ਹੈ, ਹਰ ਸਾਲ 26 ਨਵੰਬਰ ਕਿਹੜੇ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ? ਇਸ ਦੇ ਆਪਸ਼ਨ ਦਿੱਤੇ ਨੇ। ਆਪਸ਼ਨ ਊੜਾ ਧਾਰਮਿਕ ਦਿਵਸ, ਆਪਸ਼ਨ ਆੜਾ ਗਣਤੰਤਰ ਦਿਵਸ, ਆਪਸ਼ਨ ਈਡੀ ਸੰਵਿਧਾਨ ਦਿਵਸ, ਆਪਸ਼ਨ ਸੱਸਾ ਭੂਗੋਲਿਕ ਦਿਵਸ। ਪਿਆਰੇ ਬੱਚਿਓ, 26 ਨਵੰਬਰ ਨੂੰ ਕਿਹੜਾ ਦਿਵਸ ਮਨਾਇਆ ਜਾਂਦਾ ਹੈ? 26 ਨਵੰਬਰ ਨੂੰ ਮਨਾਇਆ ਜਾਂਦਾ ਸੰਵਿਧਾਨ ਦਿਵਸ, ਜੋ ਕਿ ਆਪਾਂ ਨੂੰ ਆਪਸ਼ਨ ਈਡੀ ਦੇ ਵਿੱਚ ਦਿੱਤਾ ਹੈ। ਦੂਸਰੇ ਪ੍ਰਸ਼ਨ ਦਾ ਸਹੀ ਉੱਤਰ ਹੈ ਆਪਸ਼ਨ ਈਡੀ ਸੰਵਿਧਾਨ ਦਿਵਸ। ਤੀਸਰਾ ਪ੍ਰਸ਼ਨ ਹੈ, ਦੇਸ਼ ਦਾ ਸੰਵਿਧਾਨ ਲਿਖਣ ਲਈ ਸੰਵਿਧਾਨ ਕਮੇਟੀ ਦਾ ਗਠਨ ਕਦੋਂ ਕੀਤਾ ਗਿਆ? ਇਸ ਦੇ ਆਪਸ਼ਨ ਦਿੱਤੇ ਨੇ। ਆਪਸ਼ਨ ਊੜਾ 26 ਨਵੰਬਰ 1949, ਆਪਸ਼ਨ ਆੜਾ 26 ਜਨਵਰੀ 1950, ਆਪਸ਼ਨ ਈਡੀ 29 ਅਗਸਤ 1947, ਆਪਸ਼ਨ ਸੱਸਾ ਉਪਰੋਕਤ ਵਿੱਚੋਂ ਕੋਈ ਨਹੀਂ। ਪਿਆਰੇ ਬੱਚਿਓ, ਦੇਸ਼ ਦਾ ਸੰਵਿਧਾਨ ਲਿਖਣ ਲਈ ਸੰਵਿਧਾਨ ਕਮੇਟੀ ਦਾ ਗਠਨ ਕਦੋਂ ਕੀਤਾ ਗਿਆ ਸੀ? ਸੰਵਿਧਾਨ ਕਮੇਟੀ ਦਾ ਗਠਨ ਕੀਤਾ ਗਿਆ ਸੀ 29 ਅਗਸਤ 1947 ਨੂੰ, ਜੋ ਕਿ ਆਪਾਂ ਨੂੰ ਆਪਸ਼ਨ ਈਡੀ ਦੇ ਵਿੱਚ ਦਿੱਤਾ ਹੈ। ਤੀਸਰੇ ਪ੍ਰਸ਼ਨ ਦਾ ਸਹੀ ਉੱਤਰ ਹੈ ਆਪਸ਼ਨ ਈਡੀ 29 ਅਗਸਤ 1947। ਚੌਥਾ ਪ੍ਰਸ਼ਨ ਹੈ, ਸੰਵਿਧਾਨ ਤਿਆਰ ਕਰਨ ਲਈ ਸੰਵਿਧਾਨ ਕਮੇਟੀ ਦਾ ਚੇਅਰਮੈਨ ਕਿਸ ਨੂੰ ਬਣਾਇਆ ਗਿਆ? ਇਸ ਦੇ ਆਪਸ਼ਨ ਦਿੱਤੇ ਨੇ। ਆਪਸ਼ਨ ਊੜਾ ਰਾਮ ਮਨੋਹਰ, ਆਪਸ਼ਨ ਆੜਾ ਨੰਦ ਲਾਲ ਬੋਸ, ਆਪਸ਼ਨ ਈਡੀ ਡਾਕਟਰ ਭੀਮ ਰਾਓ ਅੰਬੇਦਕਰ, ਆਪਸ਼ਨ ਸੱਸਾ ਪ੍ਰੇਮ ਬਿਹਾਰੀ। ਪਿਆਰੇ ਬੱਚੋ, ਸੰਵਿਧਾਨ ਤਿਆਰ ਕਰਨ ਲਈ ਸੰਵਿਧਾਨ ਕਮੇਟੀ ਦਾ ਚੇਅਰਮੈਨ ਕਿਸ ਨੂੰ ਬਣਾਇਆ ਗਿਆ ਸੀ? ਡਾਕਟਰ ਭੀਮ ਰਾਓ ਅੰਬੇਦਕਰ ਨੂੰ, ਜੋ ਕਿ ਆਪਾਂ ਨੂੰ ਆਪਸ਼ਨ ਈਡੀ ਦੇ ਵਿੱਚ ਦਿੱਤਾ ਹੈ। ਚੌਥੇ ਪ੍ਰਸ਼ਨ ਦਾ ਸਹੀ ਉੱਤਰ ਹੈ ਆਪਸ਼ਨ ਈਡੀ ਡਾਕਟਰ ਭੀਮ ਰਾਓ ਅੰਬੇਦਕਰ ਸੰਵਿਧਾਨ ਕਮੇਟੀ ਦਾ ਚੇਅਰਮੈਨ ਸੀ ਸੰਵਿਧਾਨ ਤਿਆਰ ਕਰਨ ਲਈ। ਪੰਜਵਾਂ ਪ੍ਰਸ਼ਨ ਹੈ, ਸੰਵਿਧਾਨ ਨੂੰ ਹੱਥ ਨਾਲ ਕਿਸ ਨੇ ਲਿਖਿਆ? ਇਸ ਦੇ ਆਪਸ਼ਨ ਨੇ। ਆਪਸ਼ਨ ਊੜਾ ਨੰਦ ਲਾਲ ਬੋਸ, ਆਪਸ਼ਨ ਆੜਾ ਮਨੋਹਰ ਸਿਨਹਾ, ਆਪਸ਼ਨ ਈਡੀ ਪ੍ਰੇਮ ਬਿਹਾਰੀ ਨਾਰਾਇਣ ਰਾਏਜਾਦਾ, ਆਪਸ਼ਨ ਸੱਸਾ ਪ੍ਰੇਮ ਬਿਹਾਰੀ ਬੋਸ। ਪਿਆਰੇ ਬੱਚੋ, ਸੰਵਿਧਾਨ ਨੂੰ ਹੱਥ ਨਾਲ ਕਿਸ ਨੇ ਲਿਖਿਆ ਸੀ? ਸੰਵਿਧਾਨ ਨੂੰ ਹੱਥ ਨਾਲ ਲਿਖਿਆ ਸੀ ਪ੍ਰੇਮ ਬਿਹਾਰੀ ਨਾਰਾਇਣ ਰਾਏਜਾਦਾ ਨੇ, ਜੋ ਕਿ ਆਪਾਂ ਨੂੰ ਆਪਸ਼ਨ ਈਡੀ ਦੇ ਵਿੱਚ ਦਿੱਤਾ ਹੈ। ਪੰਜਵੇਂ ਪ੍ਰਸ਼ਨ ਦਾ ਸਹੀ ਉੱਤਰ ਹੈ ਆਪਸ਼ਨ ਈਡੀ ਪ੍ਰੇਮ ਬਿਹਾਰੀ ਨਾਰਾਇਣ ਰਾਏਜਾਦਾ। ਪ੍ਰਸ਼ਨ 11 ਤੋਂ 15 ਹੇਠ ਲਿਖੇ ਵਾਰਤਾਲਾਪ ਨੂੰ ਧਿਆਨ ਨਾਲ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ। ਡਾਕਟਰ, ਹੈਲੋ, ਬੈਠਦੀ ਹੋਈ, ਸੌਰੀ ਤੁਹਾਨੂੰ ਵੇਟ ਕਰਨੀ ਪਈ, ਸਕੈਨਿੰਗ ਲਈ ਆਏ ਹੋ? ਸਿਰਜਣਾ ਆਪਣੇ ਆਪ ਨੂੰ ਸੰਭਾਲਦੀ ਹੋਈ, ਜੀ ਡਾਕਟਰ ਸਾਹਿਬ, ਸਵੇਰੇ ਫੋਨ ਤੇ ਗੱਲ ਹੋਈ ਸੀ ਤੁਹਾਡੇ ਨਾਲ। ਡਾਕਟਰ, ਹਾਂ ਮੈਨੂੰ ਯਾਦ ਹੈ, ਪਰ ਮੈਨੂੰ ਇੱਕ ਗੱਲ ਦੱਸੋ। ਸਿਰਜਣਾ ਜੀ, ਤੁਸੀਂ ਪੜ੍ਹੇ ਲਿਖੇ ਹੋ, ਜੇ ਪੜ੍ਹੇ ਲਿਖੇ ਲੋਕ ਵੀ ਇਦਾਂ ਹੀ ਫਰਕ ਕਰਨ ਲੱਗ ਪਏ ਕੁੜੀ ਮੁੰਡੇ ਵਿੱਚ, ਤਾਂ ਸਾਡੀ ਸੁਸਾਇਟੀ ਦਾ ਕੀ ਬਣੇਗਾ? ਸਿਰਜਣਾ, ਤੁਸੀਂ ਵੀ ਤਾਂ ਪੜ੍ਹੇ ਲਿਖੇ ਹੋ ਡਾਕਟਰ ਸਾਹਿਬ, ਪਰ ਤੁਸੀਂ। ਡਾਕਟਰ, ਮੇਰਾ ਪ੍ਰੋਫੈਸ਼ਨ ਇਹ ਤਾਂ ਨਹੀਂ ਕਿ ਕੁੜੀ ਮੁੰਡੇ ਦਾ। ਸਿਰਜਣਾ, ਤੁਸੀਂ ਸਮਝਾ ਸਕਦੇ ਹੋ ਲੋਕਾਂ ਨੂੰ? ਡਾਕਟਰ, ਕੌਣ ਸਮਝਦਾ ਹੈ? ਹੁਣ ਮੈਂ ਤੁਹਾਨੂੰ ਕਹਾਂ ਇਹ ਗਲਤ ਹੈ, ਨਾ ਕਰੋ ਇਹ ਕੰਮ, ਤੁਸੀਂ ਮੰਨ ਲਓਗੇ? ਤੁਸੀਂ ਤਾਂ ਪੜ੍ਹੇ ਲਿਖੇ ਵੀ ਹੋ। ਸਿਰਜਣਾ ਉਦਾਸ ਹੋ ਜਾਂਦੀ ਹੈ, ਮੇਰੀ ਕੋਈ ਮਜਬੂਰੀ ਵੀ ਹੋ ਸਕਦੀ ਹੈ। ਡਾਕਟਰ ਮੁਸਕਰਾਉਂਦੀ ਹੋਈ, ਅਜਿਹਾ ਹੀ ਹੁੰਦਾ ਹੈ ਮਿਸਿਸ ਸਿਰਜਣਾ, ਅਨਪੜ੍ਹ ਲੋਕ ਸੋਚਦੇ ਵੀ ਨਹੀਂ ਅਜਿਹਾ ਕੰਮ ਕਰਵਾਉਣ ਲੱਗਿਆਂ। ਪੜ੍ਹੇ ਲਿਖੇ ਲੋਕ ਸੋਚਦੇ ਤਾਂ ਬਹੁਤ ਨੇ, ਪਰ ਪਤਾ ਨਹੀਂ ਕਿਉਂ ਉਹ ਅਕਸਰ ਮਜਬੂਰ ਹੁੰਦੇ ਨੇ।
दुचित्ती विच पई सिरजना परेशान हो जाती है। एक बार फिर हौसला करके कुलदीप नूं फोन करदी है। फोन ते दीप की आवाज़ आउंदी है। 11वां प्रश्न है, सिरजना डॉक्टर कोल किस काम लई आई है। इस दे ऑप्शन दिते ने। ऑप्शन ऊड़ा गल्लां करन, ऑप्शन आड़ा बहस करन, ऑप्शन ईडी स्कैनिंग लई, ऑप्शन सस्सा मजबूरी दस्सण। प्यारे बच्चों, सिरजना डॉक्टर कोल किस काम लई आई है। सिरजना डॉक्टर कोल स्कैनिंग लई आई है, जो कि आपां नूं ऑप्शन ईडी दे विच दिता है। 11वें प्रश्न का सही उत्तर है ऑप्शन ईडी स्कैनिंग लई। 12वां प्रश्न है, उपरोक्त वार्तालाप विच कौन कौन शामिल है। इस दे ऑप्शन दिते ने। ऑप्शन ऊड़ा सोसाइटी, ऑप्शन आड़ा अनपढ़ लोग, ऑप्शन ईडी डॉक्टर ते सिरजना, ऑप्शन सस्सा कुड़ी मुंडा। प्यारे बच्चों, इस वार्तालाप दे विच कौन कौन शामिल है। इस वार्तालाप दे विच डॉक्टर ते सिरजना शामिल है, जो कि आपां नूं ऑप्शन ईडी दे विच दिता है। 12वें प्रश्न का सही उत्तर है ऑप्शन ईडी डॉक्टर ते सिरजना। 13वां प्रश्न है, ਸਕੈਨਿੰਗ, ਪ੍ਰੋਫੈਸ਼ਨ ਅਤੇ ਸੁਸਾਇਟੀ ਆਦਿ ਸ਼ਬਦ ਕਿਸ ਪਾਤਰ ਦੁਆਰਾ ਬੋਲੇ ਗਏ। ਇਸ ਦੇ ਆਪਸ਼ਨ ਦਿੱਤੇ ਨੇ। ਆਪਸ਼ਨ ਊੜਾ ਸਿਰਜਣਾ, ਆਪਸ਼ਨ ਆੜਾ ਡਾਕਟਰ, ਆਪਸ਼ਨ ਈਡੀ ਸਿਰਜਣਾ ਤੇ ਡਾਕਟਰ, ਆਪਸ਼ਨ ਸੱਸਾ ਕੁਲਦੀਪ ਤੇ ਸਿਰਜਣਾ। ਪਿਆਰੇ ਬੱਚਿਓ, ਸਕੈਨਿੰਗ, ਪ੍ਰੋਫੈਸ਼ਨ ਅਤੇ ਸੁਸਾਇਟੀ ਇਹ ਸ਼ਬਦ ਕਿਸ ਪਾਤਰ ਦੁਆਰਾ ਬੋਲੇ ਗਏ ਨੇ। ਇਹ ਸ਼ਬਦ ਬੋਲੇ ਗਏ ਨੇ ਡਾਕਟਰ ਪਾਤਰ ਦੁਆਰਾ, ਜੋ ਕਿ ਆਪਾਂ ਨੂੰ ਆਪਸ਼ਨ ਆੜੇ ਦੇ ਵਿੱਚ ਦਿੱਤਾ ਹੈ। 13ਵੇਂ ਪ੍ਰਸ਼ਨ ਦਾ ਸਹੀ ਉੱਤਰ ਹੈ ਆਪਸ਼ਨ ਆੜਾ, ਡਾਕਟਰ ਦੁਆਰਾ ਸਕੈਨਿੰਗ, ਪ੍ਰੋਫੈਸ਼ਨ ਅਤੇ ਸੁਸਾਇਟੀ ਆਦਿ ਸ਼ਬਦ ਬੋਲੇ ਗਏ। 14ਵਾਂ ਪ੍ਰਸ਼ਨ ਹੈ, ਉਪਰੋਕਤ ਵਾਰਤਾਲਾਪ ਦਾ ਮੁੱਖ ਵਿਸ਼ਾ ਕੀ ਹੈ। ਇਸ ਦੇ ਆਪਸ਼ਨ ਦਿੱਤੇ ਨੇ। ਆਪਸ਼ਨ ਊੜਾ ਡਾਕਟਰ ਦੀ ਮਜਬੂਰੀ ਦੱਸਣਾ, ਆਪਸ਼ਨ ਆੜਾ ਕੁੜੀ ਮੁੰਡੇ ਵਿੱਚ ਫਰਕ ਬਾਰੇ, ਆਪਸ਼ਨ ਈਡੀ ਲੋਕਾਂ ਨੂੰ ਸਮਝਾਉਣ ਬਾਰੇ, ਆਪਸ਼ਨ ਸੱਸਾ ਸਿਰਜਣਾ ਦੀ ਪੜ੍ਹਾਈ ਬਾਰੇ। ਪਿਆਰੇ ਬੱਚਿਓ, ਉਪਰੋਕਤ ਵਾਰਤਾਲਾਪ ਦਾ ਮੁੱਖ ਵਿਸ਼ਾ ਕੀ ਹੈ। ਉਪਰੋਕਤ ਵਾਰਤਾਲਾਪ ਦਾ ਮੁੱਖ ਵਿਸ਼ਾ ਹੈ ਕੁੜੀ ਮੁੰਡੇ ਵਿੱਚ ਫਰਕ ਬਾਰੇ। 14ਵੇਂ ਪ੍ਰਸ਼ਨ ਦਾ ਸਹੀ ਉੱਤਰ ਹੈ ਆਪਸ਼ਨ ਆੜਾ, ਕੁੜੀ ਮੁੰਡੇ ਵਿੱਚ ਫਰਕ ਬਾਰੇ। 15ਵਾਂ ਪ੍ਰਸ਼ਨ ਹੈ, ਤੁਹਾਡੇ ਵਿਚਾਰ ਅਨੁਸਾਰ ਹੇਠ ਲਿਖਿਆਂ ਵਿੱਚੋਂ ਕਿਹੜਾ ਵਿਚਾਰ ਠੀਕ ਤੇ ਢੁਕਵਾਂ ਹੈ। ਇਸ ਦੇ ਆਪਸ਼ਨ ਦਿੱਤੇ ਨੇ। ਆਪਸ਼ਨ ਊੜਾ ਕੁੜੀ ਮੁੰਡੇ ਵਿੱਚ ਫਰਕ ਕਰਨਾ ਚਾਹੀਦਾ ਹੈ, ਆਪਸ਼ਨ ਆੜਾ ਕੁੜੀ ਮੁੰਡੇ ਵਿੱਚ ਫਰਕ ਨਹੀਂ ਕਰਨਾ ਚਾਹੀਦਾ ਹੈ, ਆਪਸ਼ਨ ਈਡੀ ਮੁੰਡੇ ਕੁੜੀ ਵਿੱਚ ਥੋੜਾ ਬਹੁਤਾ ਫਰਕ ਤਾਂ ਕਰਨਾ ਹੀ ਚਾਹੀਦਾ ਹੈ, ਆਪਸ਼ਨ ਸੱਸਾ ਕੁੜੀਆਂ ਮੁੰਡਿਆਂ ਨਾਲੋਂ ਜ਼ਿਆਦਾ ਮਹੱਤਵਪੂਰਨ ਹਨ। ਪਿਆਰੇ ਬੱਚਿਓ, ਤੁਹਾਡੇ ਵਿਚਾਰ ਅਨੁਸਾਰ ਹੇਠ ਲਿਖਿਆਂ ਵਿੱਚੋਂ ਕਿਹੜਾ ਵਿਚਾਰ ਠੀਕ ਤੇ ਢੁਕਵਾਂ ਹੈ। ਪਿਆਰੇ ਬੱਚਿਓ, ਇਹਨਾਂ ਦੇ ਵਿੱਚੋਂ ਕਿਹੜਾ ਵਿਚਾਰ ਹੈ। ਉਹ ਹੈ ਵਿਚਾਰ ਪਿਆਰੇ ਬੱਚਿਓ ਆਪਸ਼ਨ ਆੜਾ, ਕੁੜੀ ਮੁੰਡੇ ਵਿੱਚ ਫਰਕ ਨਹੀਂ ਕਰਨਾ ਚਾਹੀਦਾ ਹੈ। ਪ੍ਰਸ਼ਨ 16 ਤੋਂ 20, ਹੇਠ ਲਿਖੇ ਗ੍ਰਾਫ ਨੂੰ ਧਿਆਨ ਨਾਲ ਦੇਖ ਕੇ ਪ੍ਰਸ਼ਨਾਂ ਦੇ ਉੱਤਰ ਦਿਓ। ਪਿਆਰੇ ਬੱਚਿਓ, ਇਸ ਗ੍ਰਾਫ ਦੇ ਵਿੱਚ ਵੱਖ-ਵੱਖ ਭਾਸ਼ਾ ਦੇ ਵਿੱਚ ਪੜ੍ਹੇ ਜਾਂਦੇ ਅਖਬਾਰਾਂ ਬਾਰੇ ਦੱਸਿਆ ਗਿਆ ਹੈ। ਕੁੱਲ 6 ਅਖਬਾਰ ਨੇ ਅਤੇ ਉਹਨਾਂ ਨੂੰ ਪੜ੍ਹਨ ਵਾਲਿਆਂ ਦੀ ਗਿਣਤੀ ਦਿੱਤੀ ਗਈ ਹੈ। 16ਵਾਂ ਪ੍ਰਸ਼ਨ ਹੈ, ਉਰਦੂ, ਤਾਮਿਲ, ਹਿੰਦੀ, ਮਰਾਠੀ ਅਤੇ ਪੰਜਾਬੀ ਵਿੱਚ ਪੜ੍ਹੇ ਜਾਣ ਵਾਲੇ ਅਖਬਾਰਾਂ ਦੀ ਕੁੱਲ ਗਿਣਤੀ ਕਿੰਨੀ ਹੈ। ਉਰਦੂ ਦੇ ਵਿੱਚ ਪਿਆਰੇ ਬੱਚਿਓ ਕਿੰਨੇ ਪੜ੍ਹੇ ਜਾਂਦੇ ਨੇ 200, ਤਾਮਿਲ ਦੇ ਵਿੱਚ ਕਿੰਨੇ ਪੜ੍ਹੇ ਜਾਂਦੇ ਨੇ 100, ਹਿੰਦੀ ਦੇ ਵਿੱਚ ਕਿੰਨੇ ਪੜ੍ਹੇ ਜਾਂਦੇ ਨੇ 800, ਮਰਾਠੀ ਦੇ ਵਿੱਚ ਕਿੰਨੇ ਪੜ੍ਹੇ ਜਾਂਦੇ ਨੇ। ਮਰਾਠੀ ਦੇ ਵਿੱਚ ਪੜ੍ਹੇ ਜਾਂਦੇ ਨੇ ਪਿਆਰੇ ਬੱਚਿਓ 300, ਪੰਜਾਬੀ ਵਿੱਚ ਕਿੰਨੇ ਪੜ੍ਹੇ ਜਾਂਦੇ ਨੇ। ਪੰਜਾਬੀ ਵਿੱਚ ਪੜ੍ਹੇ ਜਾਂਦੇ ਨੇ 400। ਇਹਨਾਂ ਦਾ ਜੋੜ ਕਿੰਨਾ ਬਣਦਾ ਪਿਆਰੇ ਬੱਚਿਓ। ਇਹਨਾਂ ਦਾ ਜੋੜ ਬਣਦਾ 200 ਤੇ 100 300, 300 ਤੇ 800 1100, 1100 ਤੇ 300 1400, 1400 ਤੇ 400 1800, ਜੋ ਕਿ ਆਪਾਂ ਨੂੰ ਆਪਸ਼ਨ ਆੜੇ ਦੇ ਵਿੱਚ ਦਿੱਤਾ ਹੈ। 16ਵੇਂ ਪ੍ਰਸ਼ਨ ਦਾ ਸਹੀ ਉੱਤਰ ਹੈ ਆਪਸ਼ਨ ਆੜਾ 1800। 17ਵਾਂ ਪ੍ਰਸ਼ਨ ਹੈ, ਸ਼ਹਿਰ ਵਿੱਚ ਵੰਡੇ ਜਾਣ ਵਾਲੇ ਅਖਬਾਰਾਂ ਦੀ ਕੁੱਲ ਗਿਣਤੀ ਕਿੰਨੀ ਹੈ। ਇਸ ਦੇ ਆਪਸ਼ਨ ਦਿੱਤੇ ਨੇ। ਆਪਸ਼ਨ ਊੜਾ 2300, ਆਪਸ਼ਨ ਆੜਾ 3600, ਆਪਸ਼ਨ ਈਡੀ 2000, ਆਪਸ਼ਨ ਸੱਸਾ 2200। ਪਿਆਰੇ ਬੱਚਿਓ, ਸ਼ਹਿਰ ਵਿੱਚ ਵੰਡੇ ਜਾਣ ਵਾਲੇ ਅਖਬਾਰਾਂ ਦੀ ਕੁੱਲ ਗਿਣਤੀ ਕਿੰਨੀ ਹੈ। ਉਰਦੂ ਦੇ ਵੰਡੇ ਜਾਂਦੇ ਆ 200, ਤਾਮਿਲ ਦੇ ਵੰਡੇ ਜਾਂਦੇ ਆ 100, ਅੰਗਰੇਜ਼ੀ ਦੇ ਵੰਡੇ ਜਾਂਦੇ ਆ 500 ਤੇ ਹਿੰਦੀ ਦੇ ਵੰਡੇ ਜਾਂਦੇ ਆ 800, ਮਰਾਠੀ ਦੇ ਵੰਡੇ ਜਾਂਦੇ ਆ 300 ਤੇ ਪੰਜਾਬੀ ਦੇ ਵੰਡੇ ਜਾਂਦੇ ਆ ਪਿਆਰੇ ਬੱਚਿਓ 400। ਇਹਨਾਂ ਦਾ ਜੋੜ ਕੁੱਲ ਕਿੰਨਾ ਹੋ ਗਿਆ 200 ਤੇ 100 300, 300 ਤੇ 500 800, 800 ਤੇ 800 1600, 1600 ਤੇ 300 1900, 1900 ਤੇ 400 2300, ਜੋ ਕਿ ਆਪਾਂ ਨੂੰ ਪਿਆਰੇ ਬੱਚਿਓ ਊੜੇ ਆਪਸ਼ਨ ਦੇ ਵਿੱਚ ਦਿੱਤਾ ਹੈ। 17ਵੇਂ ਪ੍ਰਸ਼ਨ ਦਾ ਸਹੀ ਉੱਤਰ ਹੈ ਆਪਸ਼ਨ ਊੜਾ 2300।
18ਵਾਂ ਪ੍ਰਸ਼ਨ ਹੈ, ਗ੍ਰਾਫ ਅਨੁਸਾਰ ਕਿਹੜਾ ਅਖਬਾਰ ਅੰਗਰੇਜ਼ੀ ਅਖਬਾਰਾਂ ਤੋਂ ਘੱਟ ਅਤੇ ਮਰਾਠੀ ਅਖਬਾਰ ਤੋਂ ਵੱਧ ਪੜ੍ਹਿਆ ਜਾਂਦਾ ਹੈ? ਇਸ ਦੇ ਆਪਸ਼ਨ ਦਿੱਤੇ ਨੇ, ਆਪਸ਼ਨ ਊੜਾ ਹਿੰਦੀ, ਆਪਸ਼ਨ ਆੜਾ ਪੰਜਾਬੀ, ਆਪਸ਼ਨ ਈੜੀ ਉਰਦੂ, ਆਪਸ਼ਨ ਸੱਸਾ ਅੰਗਰੇਜ਼ੀ। ਪਿਆਰੇ ਬੱਚਿਓ, ਇਸ ਗ੍ਰਾਫ ਨੂੰ ਦੇਖੋ, ਕੀ ਪੁੱਛਿਆ ਗਿਆ? ਅੰਗਰੇਜ਼ੀ ਅਖਬਾਰ ਤੋਂ ਘੱਟ। ਅੰਗਰੇਜ਼ੀ ਅਖਬਾਰ ਪਿਆਰੇ ਬੱਚਿਓ ਇਹ ਰਿਹਾ, ਅੰਗਰੇਜ਼ੀ ਅਖਬਾਰ ਤੋਂ ਆਪਾਂ ਘੱਟ ਵਾਲਾ ਵੇਖਣਾ ਹੈ। ਘੱਟ ਵਾਲੇ ਆ ਗਏ ਉਰਦੂ, ਤਾਮਿਲ, ਮਰਾਠੀ ਤੇ ਪੰਜਾਬੀ। ਪਰ ਨਾਲ ਸ਼ਰਤ ਹੈ ਪਿਆਰੇ ਬੱਚਿਓ, ਮਰਾਠੀ ਅਖਬਾਰ ਤੋਂ ਵੱਧ। ਮਰਾਠੀ ਅਖਬਾਰ ਪਿਆਰੇ ਬੱਚਿਓ ਇਹ ਰਿਹਾ, ਮਰਾਠੀ ਅਖਬਾਰ ਤੋਂ ਵੱਧ। ਮਰਾਠੀ ਅਖਬਾਰ ਤੋਂ ਵੱਧ ਕਿਹੜਾ ਆ ਗਿਆ ਪਿਆਰੇ ਬੱਚਿਓ? ਪੰਜਾਬੀ, ਜੋ ਕਿ ਆਪਾਂ ਨੂੰ ਆਪਸ਼ਨ ਆੜੇ ਦੇ ਵਿੱਚ ਦਿੱਤਾ ਹੈ। 18ਵੇਂ ਪ੍ਰਸ਼ਨ ਦਾ ਸਹੀ ਉੱਤਰ ਹੈ ਆਪਸ਼ਨ ਆੜਾ, ਪੰਜਾਬੀ ਅਖਬਾਰ ਅੰਗਰੇਜ਼ੀ ਅਖਬਾਰ ਤੋਂ ਘੱਟ ਅਤੇ ਮਰਾਠੀ ਅਖਬਾਰ ਤੋਂ ਵੱਧ ਪੜ੍ਹਿਆ ਜਾਂਦਾ ਹੈ। 19ਵਾਂ ਪ੍ਰਸ਼ਨ ਹੈ, ਅੰਗਰੇਜ਼ੀ ਅਤੇ ਪੰਜਾਬੀ ਅਖਬਾਰ ਪੜ੍ਹਨ ਵਾਲਿਆਂ ਦੀ ਗਿਣਤੀ ਮਿਲਾ ਕੇ ਹਿੰਦੀ ਅਖਬਾਰ ਪੜ੍ਹਨ ਵਾਲਿਆਂ ਦੀ ਗਿਣਤੀ ਨਾਲੋਂ ਕਿੰਨੀ ਜ਼ਿਆਦਾ ਹੈ? ਇਸ ਦੇ ਆਪਸ਼ਨ ਦਿੱਤੇ ਨੇ, ਆਪਸ਼ਨ ਊੜਾ 100, ਆਪਸ਼ਨ ਆੜਾ 200, ਆਪਸ਼ਨ ਈੜੀ 300, ਆਪਸ਼ਨ ਸੱਸਾ 800। ਅੰਗਰੇਜ਼ੀ ਅਤੇ ਪੰਜਾਬੀ ਅਖਬਾਰ, ਅੰਗਰੇਜ਼ੀ ਅਖਬਾਰ ਪੜ੍ਹਨ ਵਾਲਿਆਂ ਦੀ ਗਿਣਤੀ ਪਿਆਰੇ ਬੱਚਿਓ ਕਿੰਨੀ ਹੈ? 500। ਪੰਜਾਬੀ ਅਖਬਾਰ ਪੜ੍ਹਨ ਵਾਲਿਆਂ ਦੀ ਗਿਣਤੀ ਕਿੰਨੀ ਹੈ ਪਿਆਰੇ ਬੱਚਿਓ? 400। ਇਹਨਾਂ ਦਾ ਜੋੜ ਕੁੱਲ ਕਿੰਨਾ ਬਣ ਗਿਆ? ਇਹਨਾਂ ਦਾ ਜੋੜ ਬਣ ਗਿਆ 900। ਤੇ ਹਿੰਦੀ ਅਖਬਾਰ ਪੜ੍ਹਨ ਵਾਲਿਆਂ ਦੀ ਗਿਣਤੀ ਕਿੰਨੀ ਹੈ ਪਿਆਰੇ ਬੱਚਿਓ? 800। ਫਿਰ ਇਹ ਕਿੰਨੀ ਜ਼ਿਆਦਾ ਹੋ ਗਈ ਇਹਨਾਂ ਤੋਂ? ਇਹ ਹੋ ਗਈ ਪਿਆਰੇ ਬੱਚਿਓ 100 ਵੱਧ ਹੋ ਗਈ ਇਹਨਾਂ ਨਾਲੋਂ, ਜੋ ਕਿ ਆਪਾਂ ਨੂੰ ਆਪਸ਼ਨ ਊੜਾ ਦੇ ਵਿੱਚ ਦਿੱਤਾ ਹੈ। 19ਵੇਂ ਪ੍ਰਸ਼ਨ ਦਾ ਸਹੀ ਉੱਤਰ ਹੈ ਆਪਸ਼ਨ ਊੜਾ 100। 20ਵਾਂ ਪ੍ਰਸ਼ਨ ਹੈ, ਉਪਰੋਕਤ ਗ੍ਰਾਫ ਵਿੱਚ ਦਰਸਾਏ ਗਏ ਅਖਬਾਰ ਕਿੰਨੀਆਂ ਭਾਸ਼ਾਵਾਂ ਵਿੱਚ ਹਨ? ਇਸ ਦੇ ਆਪਸ਼ਨ ਦਿੱਤੇ ਨੇ, ਆਪਸ਼ਨ ਊੜਾ 5, ਆਪਸ਼ਨ ਆੜਾ 6, ਆਪਸ਼ਨ ਈੜੀ 4, ਆਪਸ਼ਨ ਸੱਸਾ ਉਪਰੋਕਤ ਵਿੱਚੋਂ ਕੋਈ ਨਹੀਂ। ਇਹ ਪਿਆਰੇ ਬੱਚਿਓ ਕਿੰਨੇ ਬਣ ਗਏ? 1 2 3 4 5 6, ਜੋ ਕਿ ਆਪਾਂ ਨੂੰ ਆਪਸ਼ਨ ਆੜਾ ਦੇ ਵਿੱਚ ਦਿੱਤਾ ਹੈ। 20ਵੇਂ ਪ੍ਰਸ਼ਨ ਦਾ ਸਹੀ ਉੱਤਰ ਹੈ ਆਪਸ਼ਨ ਆੜਾ 6। ਪ੍ਰਸ਼ਨ 21 ਤੋਂ 25, ਹੇਠ ਲਿਖੇ ਇਸ਼ਤਿਹਾਰ ਨੂੰ ਧਿਆਨ ਨਾਲ ਦੇਖ ਕੇ ਪ੍ਰਸ਼ਨਾਂ ਦੇ ਉੱਤਰ ਦਿਓ। ਪਿਆਰੇ ਬੱਚਿਓ ਆਪਾਂ ਨੂੰ ਘਰ ਦਿੱਤਾ ਹੈ, ਇਹ ਪਿਆਰੇ ਬੱਚਿਓ ਆਪਾਂ ਨੂੰ ਦਿੱਤਾ ਗਿੱਲਾ ਕੂੜਾ, ਜੋ ਕਿ ਆਪਾਂ ਹਰੇ ਕੂੜੇਦਾਨ ਦੇ ਵਿੱਚ ਪਾਉਣਾ ਹੈ। ਇਹ ਆਪਾਂ ਨੂੰ ਸੁੱਕਾ ਕੂੜਾ ਦਿੱਤਾ ਹੈ, ਜੋ ਕਿ ਆਪਾਂ ਨੀਲੇ ਕੂੜੇਦਾਨ ਦੇ ਵਿੱਚ ਪਾਉਣਾ ਹੈ। ਗਿੱਲਾ ਕੂੜਾ ਪਿਆਰੇ ਬੱਚਿਓ ਖਾਦ ਬਣਾਉਣ ਲਈ ਵਰਤਿਆ ਜਾ ਸਕਦਾ ਹੈ। ਠੀਕ ਹੈ, ਇਸ ਨਾਲ ਜਿਹੜਾ ਭਾਰਤ ਹੈ ਉਹ ਸਾਧਨ ਸੰਪੰਨ ਭਾਰਤ ਬਣ ਜਾਵੇਗਾ। ਤੇ ਜਿਹੜਾ ਸੁੱਕਾ ਕੂੜਾ ਪਿਆਰੇ ਬੱਚਿਓ, ਉਸ ਨੂੰ ਰੀਸਾਈਕਲ ਕਰਕੇ ਵੀ ਭਾਰਤ ਨੂੰ ਸਾਧਨ ਸੰਪੰਨ ਦੇਸ਼ ਬਣਾ ਸਕਦੇ ਹਾਂ। 21ਵਾਂ ਪ੍ਰਸ਼ਨ ਹੈ, ਉਪਰੋਕਤ ਇਸ਼ਤਿਹਾਰ ਵਿੱਚ ਕੀ ਕੀ ਦਿਖਾਈ ਦੇ ਰਿਹਾ ਹੈ? ਇਸ ਦੇ ਆਪਸ਼ਨ ਦਿੱਤੇ ਨੇ, ਆਪਸ਼ਨ ਊੜਾ ਮਕਾਨ, ਆਪਸ਼ਨ ਆੜਾ ਗਿੱਲਾ ਕੂੜਾਦਾਨ, ਆਪਸ਼ਨ ਈੜੀ ਸੁੱਕਾ ਕੂੜਾਦਾਨ, ਆਪਸ਼ਨ ਸੱਸਾ ਉਪਰੋਕਤ ਸਾਰੇ। ਪਿਆਰੇ ਬੱਚਿਓ, ਉਪਰੋਕਤ ਇਸ਼ਤਿਹਾਰ ਦੇ ਵਿੱਚ ਕੀ ਦਿਖਾਈ ਦੇ ਰਿਹਾ ਹੈ? ਮਕਾਨ ਦਿਖਾਈ ਦੇ ਰਿਹਾ ਹੈ, ਬਿਲਕੁਲ ਦੇ ਰਿਹਾ ਹੈ। ਗਿੱਲਾ ਕੂੜਾਦਾਨ ਦਿਖਾਈ ਦੇ ਰਿਹਾ ਹੈ, ਬਿਲਕੁਲ ਦੇ ਰਿਹਾ ਹੈ। ਸੁੱਕਾ ਕੂੜਾਦਾਨ ਦਿਖਾਈ ਦੇ ਰਿਹਾ ਹੈ, ਬਿਲਕੁਲ ਦੇ ਰਿਹਾ ਹੈ। ਤਾਂ 21ਵੇਂ ਪ੍ਰਸ਼ਨ ਦਾ ਜਿਹੜਾ ਸਹੀ ਉੱਤਰ ਹੈ ਉਹ ਆਵੇਗਾ ਆਪਸ਼ਨ ਸੱਸਾ ਉਪਰੋਕਤ ਸਾਰੇ। 22ਵਾਂ ਪ੍ਰਸ਼ਨ ਹੈ, ਉਪਰੋਕਤ ਇਸ਼ਤਿਹਾਰ ਕੀ ਦਰਸਾਉਂਦਾ ਹੈ? ਇਸ ਦੇ ਆਪਸ਼ਨ ਦਿੱਤੇ ਨੇ, ਆਪਸ਼ਨ ਊੜਾ ਕੂੜਾਦਾਨ ਦਾ ਪ੍ਰਯੋਗ ਕਰੋ, ਆਪਸ਼ਨ ਆੜਾ ਆਲਾ ਦੁਆਲਾ ਸਾਫ਼ ਰੱਖੋ, ਆਪਸ਼ਨ ਈੜੀ ਕੂੜੇ ਦਾ ਸਹੀ ਨਿਪਟਾਰਾ ਕਰੋ, ਆਪਸ਼ਨ ਸੱਸਾ ਉਪਰੋਕਤ ਸਾਰੇ। ਪਿਆਰੇ ਬੱਚਿਓ, ਇਹ ਇਸ਼ਤਿਹਾਰ ਕੀ ਦਰਸਾਉਂਦਾ ਹੈ? ਕੂੜਾਦਾਨ ਦਾ ਪ੍ਰਯੋਗ ਕਰੋ, ਇਹ ਦਰਸਾਉਂਦਾ? ਬਿਲਕੁਲ ਦਰਸਾਉਂਦਾ ਹੈ। ਆਲਾ ਦੁਆਲਾ ਸਾਫ਼ ਰੱਖੋ, ਇਹ ਵੀ ਦਰਸਾਉਂਦਾ ਹੈ। ਕੂੜੇ ਦਾ ਸਹੀ ਨਿਪਟਾਰਾ ਕਰੋ, ਇਹ ਵੀ ਦਰਸਾਉਂਦਾ ਹੈ। 22ਵੇਂ ਪ੍ਰਸ਼ਨ ਦਾ ਸਹੀ ਉੱਤਰ ਆਵੇਗਾ ਆਪਸ਼ਨ ਸੱਸਾ ਉਪਰੋਕਤ ਸਾਰੇ। 23ਵਾਂ ਪ੍ਰਸ਼ਨ ਹੈ, ਆਲੇ ਦੁਆਲੇ ਨੂੰ ਸਾਫ਼ ਕਿਵੇਂ ਰੱਖਿਆ ਜਾ ਸਕਦਾ ਹੈ? ਇਸ ਦੇ ਆਪਸ਼ਨ ਦਿੱਤੇ ਨੇ, ਆਪਸ਼ਨ ਊੜਾ ਕੂੜੇਦਾਨ ਦੀ ਵਰਤੋਂ ਦੁਆਰਾ, ਆਪਸ਼ਨ ਆੜਾ ਕੂੜੇ ਦਾ ਸਹੀ ਨਿਪਟਾਰਾ ਕਰਕੇ, ਆਪਸ਼ਨ ਈੜੀ ਮੁੜ ਵਰਤੋਂ ਵਿੱਚ ਲਿਆ ਕੇ, ਆਪਸ਼ਨ ਸੱਸਾ ਉਪਰੋਕਤ ਸਾਰੇ। ਆਲਾ ਦੁਆਲੇ ਨੂੰ ਕਿਵੇਂ ਸਾਫ਼ ਰੱਖਿਆ ਜਾ ਸਕਦਾ ਪਿਆਰੇ ਬੱਚਿਓ? ਕੂੜੇਦਾਨ ਦੀ ਵਰਤੋਂ ਦੁਆਰਾ, ਬਿਲਕੁਲ ਸਹੀ ਹੈ। ਕੂੜੇ ਦਾ ਸਹੀ ਨਿਪਟਾਰਾ ਕਰਕੇ, ਇਹ ਵੀ ਬਿਲਕੁਲ ਸਹੀ ਹੈ। ਮੁੜ ਵਰਤੋਂ ਵਿੱਚ ਲਿਆ ਕੇ, ਇਹ ਵੀ ਬਿਲਕੁਲ ਸਹੀ ਹੈ। 23ਵੇਂ ਪ੍ਰਸ਼ਨ ਦਾ ਸਹੀ ਉੱਤਰ ਆਵੇਗਾ ਆਪਸ਼ਨ ਸੱਸਾ ਉਪਰੋਕਤ ਸਾਰੇ। 24ਵਾਂ ਪ੍ਰਸ਼ਨ ਹੈ, ਚਿੱਤਰ ਵਿੱਚ ਦਰਸਾਏ ਅਨੁਸਾਰ ਨਿਮਨਲਿਖਤ ਵਿੱਚੋਂ ਕਿਹੜਾ ਕਥਨ ਸਹੀ ਹੈ? ਇਸ ਦੇ ਆਪਸ਼ਨ ਦਿੱਤੇ ਨੇ, ਆਪਸ਼ਨ ਊੜਾ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਰੱਖੋ, ਆਪਸ਼ਨ ਆੜਾ ਗਿੱਲਾ ਅਤੇ ਸੁੱਕਾ ਕੂੜਾ ਇਕੱਠੇ ਰੱਖੋ, ਆਪਸ਼ਨ ਈੜੀ
ਊੜਾ ਅਤੇ ਆੜਾ ਦੋਵੇਂ, ਆਪਸ਼ਨ ਸੱਸਾ ਉਪਰੋਕਤ ਵਿੱਚੋਂ ਕੋਈ ਨਹੀਂ। ਪਿਆਰੇ ਬੱਚਿਓ, ਇਸ ਚਿੱਤਰ ਦੇ ਵਿੱਚ ਕੀ ਦਰਸਾਇਆ ਗਿਆ ਹੈ ਕਿ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਰੱਖੋ, ਜੋ ਕਿ ਆਪਾਂ ਨੂੰ ਆਪਸ਼ਨ ਊੜੇ ਦੇ ਵਿੱਚ ਦਿੱਤਾ ਹੈ। 24ਵੇਂ ਪ੍ਰਸ਼ਨ ਦਾ ਸਹੀ ਉੱਤਰ ਹੈ ਆਪਸ਼ਨ ਊੜਾ, ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਰੱਖੋ। 25ਵਾਂ ਪ੍ਰਸ਼ਨ ਹੈ, ਤੁਸੀਂ ਆਪਣੇ ਘਰ ਅਤੇ ਆਲੇ ਦੁਆਲੇ ਦੀ ਸਫਾਈ ਲਈ ਕੀ ਯੋਗ ਕਦਮ ਚੁੱਕੋਗੇ? ਇਸ ਦੇ ਆਪਸ਼ਨ ਦਿੱਤੇ ਨੇ ਆਪਸ਼ਨ ਊੜਾ, ਗਿੱਲਾ ਕੂੜਾ ਵੱਖ ਕੂੜਾਦਾਨ ਵਿੱਚ ਰੱਖ ਕੇ, ਆਪਸ਼ਨ ਆੜਾ, ਗਿੱਲੇ ਕੂੜੇ ਦੀ ਵਰਤੋਂ ਖਾਦ ਬਣਾਉਣ ਲਈ ਕਰਕੇ, ਆਪਸ਼ਨ ਈੜੀ, ਸੁੱਕੇ ਕੂੜੇ ਦੀ ਦੁਬਾਰਾ ਉਪਯੋਗੀ ਵਰਤੋਂ ਰਾਹੀਂ, ਆਪਸ਼ਨ ਸੱਸਾ ਉਪਰੋਕਤ ਸਾਰੇ। ਪਿਆਰੇ ਬੱਚਿਓ, ਤੁਸੀਂ ਆਪਣੇ ਘਰ ਅਤੇ ਆਲੇ ਦੁਆਲੇ ਦੀ ਸਫਾਈ ਲਈ ਕੀ ਯੋਗ ਕਦਮ ਚੁੱਕੋਗੇ? ਗਿੱਲਾ ਕੂੜਾ ਵੱਖ ਅਤੇ ਕੂੜਾਦਾਨ ਵਿੱਚ ਰੱਖ ਕੇ, ਬਿਲਕੁਲ ਸਹੀ ਹੈ। ਆਪਸ਼ਨ ਆੜਾ, ਗਿੱਲੇ ਕੂੜੇ ਦੀ ਵਰਤੋਂ ਖਾਦ ਬਣਾਉਣ ਲਈ ਕਰਕੇ, ਇਹ ਵੀ ਬਿਲਕੁਲ ਸਹੀ ਹੈ। ਸੁੱਕੇ ਕੂੜੇ ਦੀ ਦੁਬਾਰਾ ਉਪਯੋਗੀ ਵਰਤੋਂ ਰਾਹੀਂ, ਇਹ ਵੀ ਬਿਲਕੁਲ ਸਹੀ ਹੈ। 25ਵੇਂ ਪ੍ਰਸ਼ਨ ਦਾ ਸਹੀ ਉੱਤਰ ਆਵੇਗਾ ਆਪਸ਼ਨ ਸੱਸਾ ਉਪਰੋਕਤ ਸਾਰੇ। 26ਵਾਂ ਪ੍ਰਸ਼ਨ ਹੈ, ਅੰਮ੍ਰਿਤਸਰ ਜ਼ਿਲ੍ਹੇ ਦੇ ਪਹਿਲੇ ਦਿਨ ਅਤੇ ਸੰਗਰੂਰ ਜ਼ਿਲ੍ਹੇ ਦੇ ਦੂਜੇ ਦਿਨ ਲਈ ਉਪਰੋਕਤ ਸਾਰਣੀ ਅਨੁਸਾਰ ਮਿਤੀਆਂ ਦਾ ਸ਼ਡਿਊਲ ਕੀ ਹੈ? ਆਪਸ਼ਨ ਊੜਾ 17/8/2021 ਅਤੇ 24/8/2021, ਆਪਸ਼ਨ ਆੜਾ 23/8/2021 ਅਤੇ 20/8/2021, ਆਪਸ਼ਨ ਈੜੀ ਹੈ 19/8/2021 ਅਤੇ 24/8/2021, ਆਪਸ਼ਨ ਸੱਸਾ 17/8/2021 ਅਤੇ 24/8/2021। ਪਿਆਰੇ ਬੱਚਿਓ, ਉਪਰੋਕਤ ਸਮਾਂ ਸਾਰਣੀ ਨੂੰ ਧਿਆਨ ਨਾਲ ਵੇਖੋ। ਅੰਮ੍ਰਿਤਸਰ ਜ਼ਿਲ੍ਹੇ ਦੇ ਪਹਿਲੇ ਦਿਨ, ਅੰਮ੍ਰਿਤਸਰ ਕਿੱਥੇ ਪਿਆਰੇ ਬੱਚਿਓ? ਅੰਮ੍ਰਿਤਸਰ ਰਿਹਾ ਲੜੀ ਨੰਬਰ 2 ਤੇ। ਇਹਦਾ ਪਹਿਲੇ ਦਿਨ ਦਾ ਸ਼ਡਿਊਲ ਆ ਗਿਆ ਪਿਆਰੇ ਬੱਚਿਓ 17/8/2021, ਤੇ ਜਿਹੜਾ ਸੰਗਰੂਰ ਜ਼ਿਲ੍ਹਾ ਹੈ ਉਹ ਆ ਗਿਆ ਪਿਆਰੇ ਬੱਚਿਓ ਲੜੀ ਨੰਬਰ 11 ਤੇ। ਇਸ ਦੇ ਜਿਹੜਾ ਦੂਸਰੇ ਦਿਨ ਹੈ ਉਹ ਕਿਹੜਾ ਹੈ? ਉਹ ਹੈ 24/8/2021, ਜੋ ਕਿ ਆਪਾਂ ਨੂੰ ਪਿਆਰੇ ਬੱਚਿਓ ਆਪਸ਼ਨ ਊੜਾ ਅਤੇ ਸੱਸਾ ਦੋਵਾਂ ਦੇ ਵਿੱਚ ਦਿੱਤਾ ਹੈ। ਇਸ ਕਰਕੇ ਇਸ ਪ੍ਰਸ਼ਨ ਦੇ ਜਿਹੜਾ ਸਹੀ ਉੱਤਰ ਹੈ ਉਹ ਹੋਵੇਗਾ ਆਪਸ਼ਨ ਊੜਾ ਅਤੇ ਆਪਸ਼ਨ ਸੱਸਾ, ਦੋਵੇਂ ਹੀ ਸਹੀ ਹੋਣਗੇ। 26ਵੇਂ ਪ੍ਰਸ਼ਨ ਦਾ ਸਹੀ ਉੱਤਰ ਆਵੇਗਾ ਆਪਸ਼ਨ ਊੜਾ ਅਤੇ ਸੱਸਾ, ਦੋਵੇਂ ਸਹੀ। 27ਵਾਂ ਪ੍ਰਸ਼ਨ ਹੈ, 5 ਰੋਜ਼ਾ ਕੈਂਪ ਲਈ ਕਿੰਨੇ ਸਥਾਨਾਂ ਦੀ ਚੋਣ ਕੀਤੀ ਗਈ ਹੈ? ਇਸ ਦੇ ਆਪਸ਼ਨ ਦਿੱਤੇ ਨੇ ਆਪਸ਼ਨ ਊੜਾ 4, ਆਪਸ਼ਨ ਆੜਾ 8, ਆਪਸ਼ਨ ਈੜੀ 3, ਆਪਸ਼ਨ ਸੱਸਾ 12। ਪਿਆਰੇ ਬੱਚਿਓ, ਇਸ ਦੇ ਵਿੱਚ 12 ਜ਼ਿਲ੍ਹੇ ਭਾਗ ਲੈਣਗੇ। ਜਿਹੜਾ ਕੈਂਪ ਦੇ ਸਥਾਨ ਨੇ ਉਹ 3 ਸਥਾਨ ਹੋਣਗੇ, ਅੰਮ੍ਰਿਤਸਰ, ਲੁਧਿਆਣਾ ਤੇ ਬਠਿੰਡਾ, ਜੋ ਕਿ ਆਪਾਂ ਨੂੰ ਆਪਸ਼ਨ ਈਡੀ ਦੇ ਵਿੱਚ ਦਿੱਤਾ ਹੈ। 27ਵੇਂ ਪ੍ਰਸ਼ਨ ਦਾ ਸਹੀ ਉੱਤਰ ਹੋਵੇਗਾ ਆਪਸ਼ਨ ਈਡੀ 3। 28ਵਾਂ ਪ੍ਰਸ਼ਨ ਹੈ, ਅੱਖਰਕਾਰੀ ਸਿਖਾਉਣ ਲਈ ਸਮਾਂ ਸਾਰਣੀ ਅਨੁਸਾਰ ਕਿੰਨੇ ਜ਼ਿਲ੍ਹਿਆਂ ਦੀ ਚੋਣ ਕੀਤੀ ਗਈ ਹੈ? ਇਸ ਦੇ ਆਪਸ਼ਨ ਦਿੱਤੇ ਨੇ ਆਪਸ਼ਨ ਊੜਾ 3, ਆਪਸ਼ਨ ਆੜਾ 4, ਆਪਸ਼ਨ ਈਡੀ 8, ਆਪਸ਼ਨ ਸੱਸਾ 12। ਪਿਆਰੇ ਬੱਚਿਓ, ਅੱਖਰਕਾਰੀ ਸਿਖਾਉਣ ਲਈ ਸਮਾਂ ਸਾਰਣੀ ਅਨੁਸਾਰ ਕਿੰਨੇ ਜ਼ਿਲ੍ਹਿਆਂ ਦੀ ਚੋਣ ਕੀਤੀ ਗਈ ਹੈ? ਇਹ ਕੀਤੀ ਗਈ ਹੈ ਪਿਆਰੇ ਬੱਚਿਓ 12 ਜ਼ਿਲ੍ਹਿਆਂ ਦੀ ਚੋਣ, ਜੋ ਕਿ ਆਪਾਂ ਨੂੰ ਆਪਸ਼ਨ ਸੱਸਾ ਦੇ ਵਿੱਚ ਦਿੱਤਾ ਹੈ। 28ਵੇਂ ਪ੍ਰਸ਼ਨ ਦਾ ਸਹੀ ਉੱਤਰ ਹੈ ਆਪਸ਼ਨ ਸੱਸਾ 12। ਪ੍ਰਸ਼ਨ ਨੰਬਰ 29, ਜਿਨ੍ਹਾਂ ਸਥਾਨਾਂ ਤੇ ਕੈਂਪ ਲਗਾਇਆ ਜਾਣਾ ਹੈ ਉਹਨਾਂ ਜ਼ਿਲ੍ਹਿਆਂ ਨੂੰ ਜੇਕਰ ਛੱਡ ਦਿੱਤਾ ਜਾਵੇ ਤਾਂ ਬਾਹਰੋਂ ਕਿੰਨੇ ਜ਼ਿਲ੍ਹੇ 5 ਰੋਜ਼ਾ ਕੈਂਪ ਲਈ ਪਹੁੰਚਣਗੇ? ਪਿਆਰੇ ਬੱਚਿਓ, ਜਿਨ੍ਹਾਂ ਸਥਾਨਾਂ ਤੇ ਕੈਂਪ ਲਗਾਇਆ ਜਾਣਾ ਹੈ ਉਹ ਕਿਹੜੇ-ਕਿਹੜੇ ਜ਼ਿਲ੍ਹੇ ਨੇ? ਉਹ ਹੈ ਅੰਮ੍ਰਿਤਸਰ, ਲੁਧਿਆਣਾ ਤੇ ਬਠਿੰਡਾ। ਜੇਕਰ ਇਹਨਾਂ ਤਿੰਨਾਂ ਨੂੰ ਆਪਾਂ ਕੱਟ ਦਈਏ ਤਾਂ ਬਾਕੀ ਕਿੰਨੇ ਜ਼ਿਲ੍ਹੇ ਬਚ ਗਏ? ਬਾਕੀ ਬਚ ਗਏ ਪਿਆਰੇ ਬੱਚਿਓ 9 ਜ਼ਿਲ੍ਹੇ, ਜੋ ਕਿ ਆਪਾਂ ਨੂੰ ਆਪਸ਼ਨ ਸੱਸੇ ਦੇ ਵਿੱਚ ਦਿੱਤਾ ਗਿਆ ਹੈ। 29ਵੇਂ ਪ੍ਰਸ਼ਨ ਦਾ ਸਹੀ ਉੱਤਰ ਹੈ ਆਪਸ਼ਨ ਸੱਸਾ 9। ਪ੍ਰਸ਼ਨ ਨੰਬਰ 30, 5 ਰੋਜ਼ਾ ਕੈਂਪ ਦਾ ਸਮੁੱਚਾ ਕਾਰਜਕ੍ਰਮ ਸਮਾਂ ਸਾਰਣੀ ਅਨੁਸਾਰ ਕਿੰਨੇ ਦਿਨ ਵਿੱਚ ਪੂਰਾ ਹੋਵੇਗਾ? ਇਸ ਦੇ ਆਪਸ਼ਨ ਦਿੱਤੇ ਨੇ ਆਪਸ਼ਨ ਊੜਾ 2, ਆਪਸ਼ਨ ਆੜਾ 3, ਆਪਸ਼ਨ ਈੜੀ 6, ਆਪਸ਼ਨ ਸੱਸਾ ਉਪਰੋਕਤ ਵਿੱਚੋਂ ਕੋਈ ਨਹੀਂ। ਪਿਆਰੇ ਬੱਚਿਓ, ਸਮਾਂ ਸਾਰਣੀ ਅਨੁਸਾਰ ਜਿਹੜਾ ਸਮੁੱਚਾ ਕਾਰਜਕ੍ਰਮ ਹੈ 2 ਦਿਨ ਇਹ ਚੱਲੇਗਾ, 2 ਦਿਨ ਇਹ ਚੱਲੇਗਾ ਤੇ 2 ਦਿਨ ਇਹ ਚੱਲੇਗਾ। ਕੁੱਲ ਕਿੰਨੇ ਦਿਨਾਂ ਵਿੱਚ ਪੂਰਾ ਹੋਵੇਗਾ? 6 ਦਿਨਾਂ ਦੇ ਵਿੱਚ, ਜੋ ਕਿ ਆਪਾਂ ਨੂੰ ਤੀਸਰੇ ਆਪਸ਼ਨ ਦੇ ਵਿੱਚ ਦਿੱਤਾ ਹੈ, ਆਪਸ਼ਨ ਈਡੀ ਦੇ ਵਿੱਚ ਦਿੱਤਾ ਹੈ। ਪ੍ਰਸ਼ਨ ਨੰਬਰ 30 ਦਾ ਸਹੀ ਉੱਤਰ ਹੋਵੇਗਾ ਆਪਸ਼ਨ ਈਡੀ 6।